किताब विपरण की रीत तो सच दा मार्ग भाग तीजा। लेखक सरदार गुरबख्श सिंह काला अफगाना। पंजवें कांड का 12वां भाग। श्री अकाल तख्त साहब के जथेदार साहब के नाम लिखी चिट्ठी। वाहिगुरू जी का खालसा वाहिगुरू जी की फतेह। एडमिंटन 10 जनवरी 1993। एक ओंकार सतगुर प्रसाद। जब लग खालसा रहे न्यारा, तब लग तेज दियों मैं सारा। जब ए गहे विपरण की रीत, मैं ना करूँ इनकी प्रतीत। परम सत्कारयोग सिंह साहब प्रोफैसर मनजीत सिंह जी, जथेदार श्री अकाल तख्त साहिब श्री ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੋਕਤ ਪੰਕਤੀਆਂ ਨੂੰ ਗੁਰੂ ਦਰਬਾਰਾਂ ਦੀਆਂ ਸਟੇਜਾਂ 'ਤੇ ਸੰਗਤਾਂ ਨੂੰ ਸੁਣਾ ਕੇ ਆਪ ਜੀ ਨੇ ਵੀ ਇਸ ਨੂੰ ਦਸ਼ਮੇਸ਼ ਜੀ ਦਾ ਫਰਮਾਨ ਹੋਣ ਦੀ ਤਸਦੀਕੀ ਮੋਹਰ ਲਾ ਦਿੱਤੀ ਹੋਈ ਹੈ। ਸੋ ਸਿੱਧ ਹੈ ਕਿ ਬਿਨਾਂ ਕਿਸੇ ਸ਼ੱਕ ਦੀ ਗੁੰਜਾਇਸ਼ ਦੇ ਉਪਰੋਕਤ ਬਚਨਾਂ ਦਾ ਦਸ਼ਮੇਸ਼ ਜੀ ਦੇ ਪਾਵਨ ਨਾਮਨੇ ਨਾਲ ਡੂੰਘਾ ਸੰਬੰਧ ਹੈ। ਜਿਸ ਖਾਲਸਾ ਜੀ ਨੂੰ ਦਸ਼ਮੇਸ਼ ਜੀ ਨੇ ਕੇਵਲ ਕੁਝ ਹੀ ਸਤਰਾਂ ਜੋ ਉੱਪਰ ਭਾਵ ਅਜੇ ਹੁਣੇ ਹੀ ਸੱਜਣ ਸੂਰਾ ਅਤੇ ਸਤਿਗੁਰ ਪੂਰਾ ਕਿਹਾ ਸੀ, ਫਿਰ ਨਾਲ ਹੀ ਉਪਰੋਕਤ ਬਚਨ ਵੀ ਉਸੇ ਖਾਲਸਾ ਜੀ ਨੂੰ ਕਹਿ ਦੇਣ ਤੋਂ ਸਤਿਗੁਰਾਂ ਦਾ ਮੰਤਵ ਕੀ ਸੀ। ਹੋਰ ਪ੍ਰਚਾਰਕਾਂ ਅਤੇ ਲਿਖਾਰੀਆਂ ਵਾਂਗ ਇਸ ਬਾਰੇ ਆਪ ਜੀ ਨੇ ਵੀ ਚਾਨਣਾ ਕਦੇ ਨਹੀਂ ਪਾਇਆ। ਜੇ ਸਿੱਖ ਪੰਥ ਨਿਆਰਾ ਵੀ ਨਾ ਰਿਹਾ ਹੋਵੇ ਅਤੇ ਵਿਪਰਨ ਕੀ ਰੀਤ ਦਾ ਧਾਰਨੀ ਵੀ ਬਣ ਚੁੱਕਾ ਹੋਵੇ, ਤਾਂ ਫਿਰ ਖਾਲਿਸਤਾਨ ਲੈਣ ਲਈ ਸਾਡੇ ਮੋਰਚੇ ਕੀ ਸਤਿਗੁਰਾਂ ਦੇ ਬਚਨ ਨੂੰ ਝੂਠ ਅਤੇ ਅਰਥਹੀਣ ਸਿੱਧ ਕਰਨ ਦੇ ਯਤਨ ਰੂਪ ਇੱਕ ਗੁਸਤਾਖੀ ਤਾਂ ਨਹੀਂ ਹੈ ਜੀ। ਕਿ ਅਸੀਂ ਕਲਗੀਧਰ ਜੀ ਨੂੰ ਇਹ ਸਾਬਤ ਕਰਕੇ ਦੱਸਣ ਦਾ ਯਤਨ ਤਾਂ ਨਹੀਂ ਕਰ ਰਹੇ ਹੋਵਾਂਗੇ ਕਿ ਭਾਵੇਂ ਅਸੀਂ ਆਪਣਾ ਨਿਆਰਾਪਣ ਵੀ ਗਵਾ ਦਿੱਤਾ ਅਤੇ ਨਾਲ ਹੀ ਅਸੀਂ ਵਿਪਰਨ ਕੀ ਰੀਤ ਦੇ ਧਾਰਨੀ ਵੀ ਹੋ ਗਏ ਹਾਂ, ਪਰ ਅਸਾਂ ਤੇਜ ਪ੍ਰਤਾਪ ਖੋਹ ਕੇ ਲੈ ਲਿਆ ਹੈ। ਦਾਸ ਨੂੰ ਤੌਖਲਾ ਹੈ ਕਿ ਵਿਪਰਨ ਕੀ ਰੀਤ ਦੇ ਧਾਰਨੀ ਹੋ ਕੇ ਸਤਿਗੁਰਾਂ ਦੀਆਂ ਨਜ਼ਰਾਂ ਵਿੱਚ ਬੇਪਰਤੀਤੇ ਬਣ ਜਾਣ ਨਾਲ ਅਸੀਂ ਕਦੇ ਵੀ ਤੇਜ ਪ੍ਰਤਾਪ ਦੇ ਮਾਲਕ ਨਹੀਂ ਬਣ ਸਕਦੇ। ਇਸੇ ਸ਼ੰਕੇ ਦਾ ਪ੍ਰਗਟਾਵਾ ਕਈ ਸੁਹਿਰਦ ਗੁਰਮੁਖਾਂ ਕੋਲ ਕੀਤਾ, ਜਿਨ੍ਹਾਂ ਵਿੱਚੋਂ ਕਈ ਗੁਰਮੁਖ ਪਿਆਰੇ ਇਸ ਚਿੰਤਾ ਦੇ ਭਾਈਵਾਲ ਬਣੇ ਅਤੇ ਕੋਈ ਇੱਕ ਵੀ ਅਜਿਹਾ ਨਹੀਂ ਮਿਲਿਆ ਜਿਸ ਨੇ ਇਸ ਚਿੰਤਾ ਨੂੰ ਨਿਰਮੂਲ ਕਿਹਾ ਹੋਵੇ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਅਥਵਾ ਕਈ ਸਿੱਖ ਵਿਦਵਾਨਾਂ ਨੂੰ ਚਿੱਠੀਆਂ ਲਿਖੀਆਂ, ਉੱਤਰ ਕਿਤੋਂ ਵੀ ਪ੍ਰਾਪਤ ਨਾ ਹੋਇਆ। ਆਖਰ 1988 ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਜੀ, ਜੋ ਉਸ ਸਮੇਂ ਤੁਹਾਡੇ ਵਾਲੀ ਕੁਰਸੀ 'ਤੇ ਬਿਰਾਜਮਾਨ ਸਨ, ਦੀ ਸੇਵਾ ਵਿੱਚ ਇਸ ਚਿੱਠੀ ਵਾਂਗ ਹੀ ਡਬਲ ਰਜਿਸਟਰ ਡਾਕ ਲਿਫਾਫੇ ਰਾਹੀਂ ਬੇਨਤੀ ਲਿਖ ਭੇਜੀ, ਪਰ ਉੱਧਰੋਂ ਵੀ ਉਹੀ ਚੁੱਪ ਰੂਪ ਉੱਤਰ ਹੀ ਸੀ। 1999 ਦੇ ਆਰੰਭ ਵਿੱਚ ਉਹ ਚਿੱਠੀ ਅਖਬਾਰਾਂ ਨੂੰ ਭੇਜ ਦਿੱਤੀ, ਜੋ ਕੈਨੇਡਾ ਦੀਆਂ 2 ਅਖਬਾਰਾਂ ਚੜ੍ਹਦੀ ਕਲਾ ਅਤੇ ਹਮਦਰਦ ਦੇ ਅਪ੍ਰੈਲ ਦੇ ਅੰਕਾਂ ਵਿੱਚ ਛਾਪੀ ਗਈ ਅਤੇ ਫਿਰ ਪੁਸਤਕ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਦਾ ਹਿੱਸਾ ਬਣ ਗਈ। ਹੁਣ ਆਪ ਜੀ ਦੀ ਸੇਵਾ ਵਿੱਚ ਕਰਨ ਵਾਲੀਆਂ ਜ਼ਰੂਰੀ ਬੇਨਤੀਆਂ ਇਸ ਪ੍ਰਕਾਰ ਹਨ। ਨੰਬਰ 1 ਊੜਾ। ਸਿੱਖ ਰਹਿਤ ਮਰਜ਼ਾਦਾ ਦੇ ਖਰੜੇ ਵਿੱਚ ਅਖੰਡ ਪਾਠ ਦੇ ਕਰਨ ਸਮੇਂ ਦੀ ਪਾਬੰਦੀ ਇਹਨਾਂ ਸ਼ਬਦਾਂ ਵਿੱਚ ਹੈ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਸਫਾ 14 ਅਤੇ 15। ਇਸ ਸਪਸ਼ਟ ਹੁਕਮ ਦੀ ਘੋਰ ਖੰਡਣਾ ਜੇ SGPC ਆਪ ਹੀ ਕਰਨੀ ਆਰੰਭ ਕਰ ਦੇਵੇ ਤਾਂ ਇਸ ਤੋਂ ਵੱਡੀ ਹੋਰ ਬਦਕਿਸਮਤੀ ਕੀ ਹੋ ਸਕਦੀ ਹੈ। ਕਈ ਥਾਈਂ ਗੁਰੂ ਮਹਾਰਾਜ ਜੀ ਦੀਆਂ ਪਾਵਨ ਬੀੜਾਂ ਪ੍ਰਕਾਸ਼ ਕਰਕੇ ਤਨਖਾਹਦਾਰ ਅਥਵਾ ਭਾੜੇ ਦੇ ਪਾਠੀਆਂ ਕੋਲੋਂ ਪਾਠ ਕਰਾਉਂਦੇ ਹਨ। ਉਸ ਪਾਠ ਨੂੰ ਘਰ ਦਾ ਮੈਂਬਰ ਜਾਂ ਬਾਹਰ ਦਾ ਕੋਈ ਵੀ ਨਹੀਂ ਸੁਣਦਾ ਹੁੰਦਾ। ਪਾਠੀ ਵੀ 2 ਘੰਟੇ ਪੂਰੇ ਕਰਨ ਲਈ ਘੜੀ ਦੀ ਸੂਈ ਵਿੱਚ ਸੁਰਤ ਜੋੜੀ ਰੱਖ ਕੇ ਸਮਾਂ ਟਪਾਉਂਦਾ ਹੈ। ਚਿੱਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪਏ ਰਵਾਨੀ। ਪੰਨਾ 920। ਭੋਗ 'ਤੇ ਜਿਹੜਾ ਹੁਕਮਨਾਮਾ ਆਉਂਦਾ ਹੈ ਉਹ ਘਰ ਵਾਲਿਆਂ ਕੋਲ ਡਾਕ ਰਾਹੀਂ ਭੇਜ ਦਿੱਤਾ ਜਾਂਦਾ ਹੈ। ਪਾਠਾਂ ਦੀ ਲਿਸਟ ਏਡੀ ਲੰਬੀ ਹੁੰਦੀ ਹੈ
ਕਿ ਜਦੋਂ ਤੱਕ ਪਾਠ ਦੇ ਭੋਗ ਦੀ ਨਿਸ਼ਾਨੀ ਵਜੋਂ ਪੁੱਜਣ ਵਾਲਾ ਪਾਵਨ ਹੁਕਮਨਾਮਾ ਸ਼ਰਧਾਲੂ ਦੇ ਹੱਥ ਲੱਗਦਾ ਹੈ, ਉਦੋਂ ਤਾਈਂ ਕਈ ਵਾਰੀ ਘਰਾਂ ਦੇ ਹਾਲਾਤ ਵਿੱਚ ਅਜਿਹੀ ਉਥਲ-ਪੁਥਲ ਹੋ ਚੁੱਕੀ ਹੁੰਦੀ ਹੈ ਕਿ ਹੁਕਮਨਾਮਾ ਇੱਕ ਬੇਲੋੜਾ ਕਾਗਜ਼ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ। ਸਤਿਕਾਰਯੋਗ ਜਥੇਦਾਰ ਜੀ, ਇਹ ਸਮਝਾਉਣ ਦੀ ਕਿਰਪਾ ਕਰੋ ਕਿ ਸੈਂਕੜੇ ਹਜ਼ਾਰਾਂ ਮੀਲ ਦੂਰ ਬੈਠੇ ਸ਼ਰਧਾਲੂ ਨੂੰ, ਜਿਸ ਕੋਲੋਂ ਦਰਬਾਰ ਸਾਹਿਬ ਕਮੇਟੀ ਨੇ ਤਕੜੀ ਰਕਮ ਲਈ ਹੁੰਦੀ ਹੈ, ਅਜਿਹੇ ਪਾਠਾਂ ਦਾ ਕੋਈ ਫਲ ਮਿਲਦਾ ਹੋਵੇਗਾ। ਕੇਂਦਰੀ ਰਹਿਤ ਮਰਜ਼ਾਦਾ ਦੀ ਖੰਡਨਾ ਕਰਨ ਦੇ ਪਾਪ ਦੇ ਨਾਲ ਹੀ ਕੀ ਇਸ ਤਰ੍ਹਾਂ ਦੇ ਮੰਤਰ ਪਾਠ ਕਰਕੇ ਕਿ ਅਸੀਂ ਇਹਨਾਂ ਮਹਾਂਵਾਕਾਂ ਦੀ ਖੰਡਨਾ ਵੀ ਤਾਂ ਨਹੀਂ ਕਰ ਰਹੇ ਹੁੰਦੇ ਜੀ? ਕੀ ਆਪ ਜੀ ਕੋਈ ਗੁਰਬਾਣੀ ਸ਼ਬਦ ਦੱਸ ਸਕੋਗੇ ਜਿਸ ਤੋਂ ਅਜਿਹੇ ਮੰਤਰ ਪਾਠਾਂ ਨੂੰ ਗੁਰਮਤਿ ਸਮਝਿਆ ਜਾ ਰਿਹਾ ਹੈ? ਭਾਗ ਐੜਾ, ਕੀ ਅਜਿਹੇ ਮੰਤਰ ਪਾਠ ਵਿਪਰਨ ਕੀ ਰੀਤ ਨਹੀਂ ਹਨ ਜੀ? ਨੰਬਰ 2, ਭਾਗ ਊੜਾ, ਦਾਨ ਪ੍ਰਥਾ ਬ੍ਰਾਹਮਣੀ ਲੁੱਟ ਨੀਤੀ ਦੀ ਕਾਢ ਹੈ। ਕਿਸੇ ਪ੍ਰਕਾਰ ਦਾ ਦਾਨ ਅਥਵਾ ਮਾਇਆ ਭੇਟਾ ਕਰਕੇ ਗੁਰੂ ਅਥਵਾ ਪਰਮਾਤਮਾ ਨੂੰ ਖੁਸ਼ ਕਰ ਸਕਣ ਵਾਲੇ ਯਤਨਾਂ ਦੀ ਗੁਰਮਤਿ ਨੇ ਭਰਪੂਰ ਖੰਡਨਾ ਕੀਤੀ ਹੈ। ਗੁਰੂ ਨਾਨਕ ਨਿਰੰਕਾਰੀ ਜੀ ਨੇ ਆਰੰਭ ਤੋਂ ਦਾਨ ਦੇ ਵੱਟੇ ਹਜ਼ਾਰਾਂ ਗੁਣਾ ਵੱਧ ਮੰਗਣ ਅਤੇ ਆਪਣੀ ਸ਼ੋਭਾ ਕਰਾਉਣ ਵਾਲੀ ਰੁਚੀ ਦੀ ਭਰਪੂਰ ਖੰਡਨਾ ਕਰਕੇ ਦਸਵੰਧ ਪ੍ਰਥਾ ਕਾਇਮ ਕੀਤੀ ਸੀ। ਸਤਿਆਂ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ, ਦੇ ਦੇ ਮੰਗੈ ਸਹਸਾ ਗੁਣਾ, ਸ਼ੋਭ ਕਰੇ ਸੰਸਾਰ। ਪੰਨਾ 466। ਦਾਨ ਪ੍ਰਥਾ ਦੀ ਗੁਰਮਤਿ ਵਿਰੋਧੀ ਬਿਮਾਰੀ ਦੇ ਵਿਰੁੱਧ ਕੁਝ ਕਹਿਣਾ ਤੇ ਕਿਤੇ ਰਿਹਾ, ਸਗੋਂ ਮੰਜੀ ਸਾਹਿਬ ਦੇ ਦੀਵਾਨ ਤੋਂ ਆਰੰਭ ਹੋ ਕੇ ਸਭ ਦੀਵਾਨਾਂ ਵਿੱਚ ਦਾਨੀਆਂ ਦੇ ਨਾਮ ਦੀ ਘੋਸ਼ਣਾ ਕਰਕੇ ਉਹਨਾਂ ਦੀ ਉਸਤਤ ਕੀਤੀ ਜਾਂਦੀ ਹੈ। ਅਜਿਹਾ ਕਰਕੇ ਉੱਪਰ ਲਿਖੇ ਸ੍ਰੀ ਆਸਾ ਦੀ ਵਾਰ ਵਾਲੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਨਾਲ ਉਸਤਤ ਨਿੰਦਾ ਦੋ ਪਰਹਰ। ਪੰਨਾ 1186। ਲੋਕਾਂ ਨਾ ਸਾਲਾਹ। ਪੰਨਾ 755 ਅਤੇ ਅਜਿਹੇ ਹੋਰ ਬੇਅੰਤ ਗੁਰਬਾਣੀ ਹੁਕਮਾਂ ਦੀ ਖੰਡਨਾ ਕੀਤੀ ਜਾ ਰਹੀ ਹੁੰਦੀ ਹੈ। ਭਾਗ ਐੜਾ, ਬਹੁਤੇ ਦੁੱਖ ਅਤੇ ਬਦਕਿਸਮਤੀ ਵਾਲੀ ਸਥਿਤੀ ਤਾਂ ਇਹ ਬਣੀ ਹੋਈ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਦੇ ਪ੍ਰਕਾਸ਼ ਦੇ ਐਨ ਸਾਹਮਣੇ ਜਾਂਦਿਆਂ ਸੱਜੇ ਹੱਥ ਇੱਕ ਸੇਵਾਦਾਰ ਬੈਠਾ ਹੁੰਦਾ ਹੈ, ਜਿਸ ਨੇ ਹਾਜ਼ਰੀ ਭਰਨ ਆਏ ਸ਼ਰਧਾਲੂ ਦਾਨੀਆਂ ਨੂੰ ਚੌਹਾਂ ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਆਪਣੀਆਂ ਮਨੋਕਾਮਨਾ ਦੀ ਛੇਤੀ ਪੂਰਤੀ ਦੀ ਲਾਲਸਾ ਵਾਲਾ ਜਿਹੜਾ ਅਮੀਰ ਸ਼ਰਧਾਲੂ ਤਕੜਾ ਗੱਫਾ ਉਸ ਸੇਵਾਦਾਰ ਨੂੰ ਫੜਾਉਂਦਾ ਹੈ, ਉਸ ਨੂੰ ਵਧੀਆ ਕੱਪੜੇ ਦਾ ਕੇਸਰੀ ਸਰੂਪਾ ਰੂਪ ਪਟਕਾ ਦਿੱਤਾ ਜਾਂਦਾ ਹੈ। ਉਸ ਤੋਂ ਘੱਟ ਭੇਟਾ ਵਾਲੇ ਨੂੰ ਜਰਾ ਘਟੀਆ ਕੱਪੜੇ ਦਾ ਪਟਕਾ ਅਤੇ ਤੀਜੇ ਵਾਲੇ ਨੂੰ ਵੱਡੇ ਆਕਾਰ ਵਾਲੇ 2 ਜਾਂ ਵੱਧ ਪਤਾਸੇ ਦਿੱਤੇ ਜਾਂਦੇ ਹਨ। ਚੌਥੇ ਦਰਜੇ ਵਾਲੇ ਵਿਚਾਰੇ ਸਰਿਆ ਬਣਿਆ ਆਪਣੀ ਸਮਝ ਨਾਲ ਬਣਾਏ ਢੰਗ ਨਾਲ ਭੇਟਾ ਕਰਕੇ ਤੇ ਸਿਰ ਨਵਾ ਕੇ ਖਿਸਕਣ ਦੀ ਕਰਦੇ ਹਨ। ਇਸ ਤਰ੍ਹਾਂ ਕਰਕੇ ਕਿ ਗੁਰੂ ਘਰ ਦੀ ਸਮਾਨਤਾ, ਰਾਜਾ ਰੰਕ ਬਰਾਬਰੀ ਦੇ ਸਿਧਾਂਤ ਦੀ ਖੰਡਨਾ ਨਹੀਂ ਕੀਤੀ ਜਾ ਰਹੀ ਹੁੰਦੀ ਕਿ ਦਾਨ ਰਸਤੇ ਠੱਗੀ ਮਾਰਨ ਵਾਲੀ ਬ੍ਰਾਹਮਣੀ ਰੀਤ ਨੂੰ ਉਤਸ਼ਾਹ ਨਹੀਂ ਮਿਲ ਰਿਹਾ ਹੁੰਦਾ, ਕਿ ਗਰੀਬ ਦਾਨੀਆਂ ਦੇ ਮਨਾਂ ਵਿੱਚ ਹੀਣ ਭਾਵਨਾ ਉਤਪੰਨ ਕਰਨ ਦਾ ਕਾਰਨ ਨਹੀਂ ਬਣ ਰਿਹਾ ਹੁੰਦਾ, ਕਿ ਅੱਗੇ ਲਿਖੇ ਅਤੇ ਹੋਰ ਬੇਅੰਤ ਗੁਰੂ ਸ਼ਬਦਾਂ ਦੀ ਖੰਡਨਾ ਕਰਨ ਦਾ ਘੋਰ ਪਾਪ ਸਰਬ ਉੱਚ ਗੁਰੂ ਦਰਬਾਰ ਵਿੱਚੋਂ ਹੀ ਆਰੰਭ ਨਹੀਂ ਕੀਤਾ ਜਾ ਰਿਹਾ ਹੁੰਦਾ। ਨੰਬਰ 1, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਜਪਜੀ। ਨੰਬਰ 2, ਪੁੰਨ ਦਾਨ ਅਨੇਕ ਨਾਵਣ, ਕਿਉ ਅੰਤਰ ਮਲ ਧੋਵੈ। ਪੰਨਾ 243। ਨੰਬਰ 3, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਪੰਨਾ 327। ਨੰਬਰ 4, ਕਨਕ ਕਾਮਨੀ ਹੈਵਰ ਗੈਵਰ, ਬਹੁ ਵਿਧ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬਹੁਰ ਪੈ, ਨਹਿ ਮਿਲੀਏ ਹਰ ਦੁਆਰਾ। ਪੰਨਾ 642। ਨੰਬਰ 5, ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁਦੈਨ, ਕਾਹੂ ਨਾ ਭੀਜੈ ਸੰਜਮ ਸੁਆਮੀ, ਬੋਲੇ ਮੀਠੇ ਬੈਣ। ਪੰਨਾ 674। ਅਜਿਹੇ ਹੋਰ ਬੇਅੰਤ ਗੁਰੂ ਸ਼ਬਦ ਹਨ, ਅਰਥਾਤ ਦਾਨ ਦੀ ਬਿਮਾਰੀ ਹਟਾਉਣ ਵਾਲਾ ਫਰਮਾਨ ਕਈ ਵਾਰ ਹੋਇਆ ਹੈ ਅਤੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੱਗੇ
ਗੋਲਕਾਂ ਰੱਖਣ ਦੀ ਪੰਥ ਵਿੱਚ ਮਨਾਹੀ ਹੋਣੀ ਪੁਰਾਤਨ ਰਹਿਤਨਾਮਿਆਂ ਤੋਂ ਸਿੱਧ ਹੁੰਦੀ ਹੈ। ਗੋਲਕ ਰਾਖੇ ਨਾਹੇ ਨਹਿ ਛਲ ਕਾ ਕਰੇ ਵਪਾਰ। ਤਨਖਾਹਨਾਮਾ ਭਾਈ ਨੰਦ ਲਾਲ ਜੀ। ਗੁਰ ਕਾ ਸਿੱਖ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੇ। ਰਹਿਤਨਾਮਾ ਭਾਈ ਚੌਪਾ ਸਿੰਘ। ਦਾਨ ਦੇਣ ਵਾਲੀ ਸ਼ਰਧਾ ਨਾਲ ਮਾਇਆ ਆਦਿ ਭੇਟਾ ਕਰਨ ਦੇ ਥਾਂ ਦਸਵੰਧ ਦੇਣ ਬਾਰੇ ਗੁਰੂ ਹੁਕਮਾਂ ਦੀ ਪ੍ਰੋੜਤਾ ਵਾਲੀਆਂ ਹੁਕਮਨਾਮੇ ਦੀਆਂ ਲਿਖਤਾਂ ਇਸ ਪ੍ਰਕਾਰ ਹਨ। ਦਸਵੰਧ ਗੁਰੂ ਨਹਿ ਦੇਵਹੀ ਝੂਠ ਬੋਲ ਜੋ ਖਾਏ। ਕਹਿ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਬਿਸਾਹ। ਤਨਖਾਹਨਾਮਾ। ਨੰਬਰ 2। 10 ਨਖ ਕਰ ਕੋ ਕਾਰ ਕਮਾਵੈ ਤਾਂ ਕਰ ਜੋ ਧਨ ਘਰ ਮੈਂ ਆਵੈ। ਤੈਂ ਤੇ ਗੁਰ ਦਸਵੰਧ ਜੋ ਦੇਈ ਸਿੰਘ ਸੋ ਜਸ ਬਹੁ ਜਗ ਮੈਂ ਲੈ। ਰਹਿਤਨਾਮਾ ਭਾਈ ਦੇਸਾ ਸਿੰਘ। ਨੰਬਰ 3। ਜੋ ਆਪਣੀ ਕਛ ਕਰੈ ਕਮਾਈ ਗੁਰ ਹਿਤ ਦੇਹ ਦਸਵੰਧ ਬਣਾਈ। ਗੁਰਪ੍ਰਤਾਪ ਸੂਰਜ। ਰਾਸ ਨੰਬਰ 1 ਅਛੂ 11। ਦਾਨ ਪ੍ਰਥਾ ਅਤੇ ਗੋਲਕਾਂ ਬ੍ਰਾਹਮਣੀ ਲੁੱਟ ਨੀਤੀ ਦੇ ਸ਼ਾਸਤਰ ਹਨ। ਗੁਰਬਾਣੀ ਦੇ ਹੁਕਮਾਂ ਅਥਵਾ ਪੁਰਾਤਨ ਰਹਿਤਨਾਮਿਆਂ ਦੇ ਆਦੇਸ਼ਾਂ ਦੀ ਖੰਡਣਾ ਜੇ ਦਰਬਾਰ ਸਾਹਿਬ ਵਿੱਚ ਹੀ ਹੋ ਰਹੀ ਹੋਵੇ ਤਾਂ ਫਿਰ ਬਾਹਰ ਵਿਪਰਨ ਕੀ ਰੀਤ ਕਿਵੇਂ ਨਾ ਫੈਲੇ। ਨੰਬਰ 3 ਭਾਗੂੜਾ। ਦੁੱਖ ਭੰਜਨੀ ਬੇਰੀ ਹੇਠ ਅੰਮ੍ਰਿਤ ਦੀ ਛਪੜੀ ਹੋਣੀ ਅਤੇ ਉਸ ਵਿੱਚ ਪੈ ਕੇ ਕਥਿਤ ਰਜਨੀ ਦੇ ਕੋਹੜੀ ਪਤੀ ਦੇ ਰਾਜੀ ਹੋ ਜਾਣ ਵਾਲੀ ਅਤੇ ਕਾਵਾਂ ਦਾ ਚਿੱਟੇ ਹੰਸ ਬਣ ਜਾਣ ਵਾਲੀ ਸਾਖੀ ਗੁਰਮਤਿ ਵਿਰੋਧੀ ਅਤੇ ਮਨ ਘੜਤ ਨਹੀਂ ਹੈ ਜੀ। ਭਾਗ ਐੜਾ। ਦੁੱਖ ਭੰਜਨੀ ਬੇਰੀ ਹੇਠ ਇਸ਼ਨਾਨ ਕਰਨ ਨੂੰ ਮਨ ਇੱਛੇ ਫਲਦਾਇਕ ਮੰਨਣਾ ਕਿ ਬੇਰੀ ਦੀ ਪੂਜਾ ਨਹੀਂ ਹੈ ਜੀ। ਕਿ ਅਜਿਹਾ ਹੋਣਾ ਬ੍ਰਾਹਮਣੀ ਰੀਤ ਨਹੀਂ ਹੈ ਜੀ। ਅਜਿਹੀਆਂ ਕੁਰੀਤੀਆਂ ਵਿਰੁੱਧ ਹੁਕਮਨਾਮਾ ਜਾਰੀ ਨਾ ਹੋਣ ਦਾ ਅਰਥ ਆਪ ਜੀ ਦੀ ਇਹਨਾਂ ਕੁਰੀਤੀਆਂ ਨਾਲ ਸਹਿਮਤੀ ਹੈ ਜੀ। ਭਾਗ ਏੜੀ। ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲਿਆਂ ਵਿੱਚ ਅਜਿਹੇ ਸ਼ਰਧਾਲੂਆਂ ਦੀ ਗਿਣਤੀ ਵੱਧ ਹੁੰਦੀ ਹੈ ਜਿਨ੍ਹਾਂ ਨੇ ਬੇਰੀ ਹੇਠਾਂ ਨਹਾ ਕੇ ਆਪਣੇ ਦੁੱਖਾਂ ਰੋਗਾਂ ਅਤੇ ਪਾਪਾਂ ਤੋਂ ਛੁਟਕਾਰਾ ਪਾਉਣਾ ਹੁੰਦਾ ਹੈ। ਟੁੱਬੇ ਲਾਉਂਦੇ ਹੋਏ ਮੂੰਹੋਂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਪੰਨਾ 625 ਪੜ੍ਹੀ ਜਾਣਗੇ। ਗੁਰੂ ਪਿਤਾ ਜੀ ਨੇ ਮਨੁੱਖ ਦੇ ਮਨ ਤੋਂ ਛੂਤ ਛਾਤ ਭਿੱਟ ਅਤੇ ਵੱਖਵਾਦ ਪੈਦਾ ਕਰਨ ਵਾਲੀ ਬ੍ਰਾਹਮਣੀ ਸੁਚਮ ਦੇ ਭਰਮ ਦੂਰ ਕਰਨ ਵਾਲੀ ਜਿਸ ਅਪਾਰ ਸ਼ਰਧਾ ਨਾਲ ਸਰੋਵਰ ਬਣਵਾਏ ਸਨ ਉਸ ਅਨਮੋਲ ਸਿਧਾਂਤ ਦੀ ਸੋਝੀ ਕੋਈ ਨਹੀਂ ਕਰਾਉਂਦਾ ਅਤੇ ਨਾ ਹੀ ਕੋਈ ਸਮਝਾਉਂਦਾ ਹੈ ਕਿ ਰਾਮਦਾਸ ਸਰੋਵਰ ਗੁਰੂ ਦੀ ਸਤ ਸੰਗਤ ਹੈ। ਉਸ ਸਰੋਵਰ ਵਿੱਚ ਆਤਮਾ ਨੂੰ ਧੋਣਾ ਹੈ। ਸਰੋਵਰਾਂ ਅਤੇ ਬਨਸਪਤੀ ਦੇ ਮਾਲਕ ਜਿਸ ਦਾ ਸ਼ਾਹੀ ਦਰਬਾਰ ਉਸੇ ਹੀ ਜਲ ਦੇ ਵਿਚਕਾਰ ਲੱਗਾ ਹੁੰਦਾ ਹੈ ਉਸ ਨਿਰਾਲੇ ਗੁਰੂ ਪਰਮੇਸ਼ਰ ਦੇ ਇਸ ਹੁਕਮ ਦੀ ਖੰਡਨਾ ਹੋ ਰਹੀ ਹੁੰਦੀ ਹੈ। ਪਾਪ ਕਰੇ ਪੰਚਾਂ ਕੇ ਬਾਸਰੇ ਤੀਰਥ ਨਹਾਏ ਕਹੇ ਸਭ ਉਤਰੇ। ਬਹੁਰ ਕਮਾਵੇਂ ਹੋਏ ਨਿਸੰਕ ਜੰਪੁਰ ਬਾਂਧ ਖਰੇ ਕਾਲੰਕ। ਪੰਨਾ 1348। ਭਾਗ ਸੱਸਾ। ਸਿੱਧੇ ਅਥਵਾ ਅਸਿੱਧੇ ਢੰਗ ਨਾਲ ਬੇਰੀ ਅਤੇ ਜਲ ਦੀ ਪੂਜਾ ਗੁਰੂ ਮਹਾਰਾਜ ਦੇ ਐਨ ਸਾਹਮਣੇ ਅਤੇ ਸਰਬ ਉੱਚ ਅਸਥਾਨ 'ਤੇ ਹੀ ਹੋ ਰਹੀ ਹੁੰਦੀ ਹੈ। 1973 ਦੇ ਗੇੜ ਵਿੱਚ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਵਾਲੀ ਕਰਾਮਾਤੀ ਬੇਰੀ ਪੌਣੇ ਤੋਂ ਬਾਹਰ ਦੀ ਆਪ ਹੀ ਸੁੱਕ ਗਈ ਸੀ। ਪਰ ਬ੍ਰਾਹਮਣੀ ਮਹੰਤਾਂ ਦਾ ਉੱਤਰ ਅਧਿਕਾਰੀ ਅਥਵਾ ਵਿਪਰ ਦਾ ਚੇਲਾ ਰੁੱਖ ਦੀ ਪੂਜਾ ਵਾਲੇ ਇਸ ਬ੍ਰਾਹਮਣੀ ਭਰਮ ਨੂੰ ਖਤਮ ਹੁੰਦਾ ਵੇਖ ਕੇ ਘਾਬਰ ਗਿਆ ਅਤੇ ਝੱਟ-ਪੱਟ ਕਿਤੋਂ ਨਵ ਜਨਮੀ ਬੇਰੀ ਦੀ ਲਗਰ ਲੱਭ ਕੇ ਉੱਥੇ ਹੀ ਲਿਆ ਗੱਡੀ। ਸੇਵਾਦਾਰ ਕੋਲੋਂ ਇਸ ਅਚਾਨਕ ਭਾਣੇ ਬਾਰੇ ਪੁੱਛਿਆ ਤਾਂ ਉਸ ਨੇ ਕਟਾਕਸ਼ ਕਰਦਿਆਂ ਕਿਹਾ, ਕਰਾਮਾਤੀ ਬੇਰੀ ਮਰਨ ਤੋਂ ਪਹਿਲਾਂ ਆਪਣਾ ਬੱਚਾ ਦੇ ਗਈ ਸੀ। ਇਹ ਹੈ ਸੱਚ ਦੇ ਢੰਡੋਰਚੀ ਗੁਰੂ ਨਾਨਕ ਦੇ ਸਰਬ ਉੱਚ ਦਰਬਾਰ ਦੀ ਪਾਵਨਤਾ। ਝੂਠ ਦੀ ਉਪਜ ਇਸ ਬੇਰੀ ਨੂੰ ਜਿਹੜਾ ਸ਼ਰਧਾਲੂ ਅਸਲੀ ਅਤੇ ਪੁਰਾਤਨ ਬੇਰੀ ਸਮਝ ਕੇ ਆਪਣੇ ਦੁੱਖੜੇ ਦੂਰ ਕਰਨ ਦੀ ਸ਼ਰਧਾ ਨਾਲ ਦਰਸ਼ਨਾਂ ਨੂੰ ਆ ਰਿਹਾ ਹੈ, ਜਦੋਂ ਜਾਗਰਤ ਨੇ ਪਾਸਾ ਪਰਤਿਆ ਅਤੇ ਇਸ ਬੇਰੀ ਦੀ ਵਿਗਿਆਨਕ ਢੰਗ ਨਾਲ ਪਰਖ ਹੋਣ 'ਤੇ ਇਸ ਦਾ ਕਰਾਮਾਤੀ ਜਨਮ 1973 ਦੇ ਗੇੜ ਦਾ ਸਿੱਧ ਕਰਵਾ ਲਿਆ ਗਿਆ ਤਾਂ ਫਿਰ ਸ਼ਰਧਾ ਦਾ ਕੀ ਹਾਲ ਹੋਵੇਗਾ।
ਕੂੜ ਠੱਗੀ ਗੁੱਜੀ ਨਾ ਰਹੈ, ਕੂੜ ਮੁਲੰਮਾ ਪਲੇਟ ਧਰੈ। ਪੰਨਾ 311। ਅਤੇ ਇਥੋਂ ਦੇ ਪ੍ਰਬੰਧਕਾਂ ਦੇ ਆਚਰਣ ਬਾਰੇ ਕੀ ਵਿਚਾਰ ਬਣੇਗਾ ਕਿ ਆਪ ਜੀ ਕੋਈ ਸੇਧ ਪੱਤਰ ਜਾਰੀ ਕਰ ਸਕੋਗੇ ਜੀ? ਨੰਬਰ 4, ਪੰਥ ਦੀ ਧਾਰਮਿਕ ਮਰਜ਼ਾਦਾ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਵਾਲਾ ਜਥੇਦਾਰ ਜਦ ਮਹੰਤ ਬਣ ਕੇ ਆਪਣੀ ਪਦਵੀ ਦੇ ਮੱਧ ਵਿੱਚ ਆਪਣਾ ਫਰਜ਼ ਭੁੱਲ ਗਿਆ ਤਾਂ ਇਸ ਪੱਖੋਂ ਪੰਥ ਲਾਵਾਰਸ ਹੋ ਗਿਆ। ਸਿੱਟਾ ਇਹ ਹੋਇਆ ਕਿ ਸਿੱਖ ਦੀ ਸਾਰੀ ਜ਼ਿੰਦਗੀ ਭਾਵ ਜਨਮ ਤੋਂ ਆਰੰਭ ਹੋ ਕੇ ਮਰਨ ਤੱਕ ਸਾਰੇ ਦੇ ਸਾਰੇ ਸੰਸਕਾਰ ਸਿਰਫ ਰੂਪ ਵਟਿਆ ਹੈ ਬ੍ਰਾਹਮਣੀ ਮਰਜ਼ਾਦਾ ਦੀ ਜਕੜ ਵਿੱਚ ਆ ਗਏ ਹੋਏ ਹਨ। ਨੰਬਰ 5, ਗੁਰਮਤਿ ਸਿਧਾਂਤ ਗੁਰਬਾਣੀ ਅਥਵਾ ਗੁਰੂ ਸਰੂਪ ਤੋਂ ਸ਼ਰਧਾ ਹਟਾਉਣ ਵਾਲੀਆਂ ਪੁਸਤਕਾਂ। ਭਾਗ ਊੜਾ। ਦਿੱਲੀ ਦੇ ਵਾਸੀ ਗਿਆਨੀ ਈਸ਼ਰ ਸਿੰਘ ਨਾਰਾ ਨੇ ਕ੍ਰਿਸ਼ਨ ਭਗਵਾਨ ਤੇ ਕਲਗੀਧਰ ਨਾਮਕ ਪੁਸਤਕ ਲਿਖੀ ਹੋਈ ਹੈ। ਇਸ ਪੁਸਤਕ ਦੇ ਪਹਿਲੇ ਸਫ਼ੇ ਤੇ ਕ੍ਰਿਸ਼ਨ ਭਗਵਾਨ ਦੀ ਅਤੇ ਦੂਜੇ ਤੇ ਕਲਗੀਧਰ ਜੀ ਦੀ ਤਸਵੀਰ ਛਪੀ ਹੋਈ ਹੈ। 1974 ਤੋਂ ਬਾਜ਼ਾਰ ਵਿੱਚ ਵਿਕ ਰਹੀ ਹੈ। ਇਸ ਪੁਸਤਕ ਵਿੱਚ ਲਿਖਾਰੀ ਨੇ ਦਸਮ ਗ੍ਰੰਥ ਦਾ ਹਿੱਸਾ ਬਣੇ ਕਿਸੇ ਸਿਆਮ ਨਾਮੀ ਕਵੀ ਦੇ ਲਿਖੇ ਕ੍ਰਿਸ਼ਨਾਵਤਾਰ ਕਾਵਿ ਵਿੱਚੋਂ ਮਰਜ਼ੀ ਦੇ ਸਵਈਏ ਚੁਣ ਕੇ ਕਲਗੀਧਰ ਜੀ ਨੂੰ ਇੱਕ ਕ੍ਰਿਸ਼ਨ ਦੀ ਮੁਰਲੀ ਦੀ ਸ਼ੋਭਾ ਦਰਸਾਇਆ ਹੈ। ਨੰਬਰ 2, ਕਲਗੀਧਰ ਜੀ ਨੂੰ ਕ੍ਰਿਸ਼ਨ ਅਤੇ ਕ੍ਰਿਸ਼ਨ ਨੂੰ ਆਦਿ ਪੁਰਖ ਵਿਧਾਤਾ ਸਹਿਭੰਗ ਅਤੇ ਪਰਮਾਤਮਾ ਸਾਬਤ ਕੀਤਾ ਹੈ। ਨੰਬਰ 3, ਸ੍ਰੀਮਦ ਭਾਗਵਤ ਪੁਰਾਣ ਦਾ ਇਸ਼ਾਰੇ ਮਾਤਰ ਗਲਤ ਹਵਾਲਾ ਦੇ ਕੇ ਗੁਰਦੇਵ ਜੀ ਨਾਲ ਮਾਤਾ ਸਾਹਿਬ ਦੇਵਾਂ ਜੀ ਦੇ ਵਿਆਹ ਨੂੰ ਕ੍ਰਿਸ਼ਨ ਦੀਆਂ 16,000 ਰਾਣੀਆਂ ਨਾਲ ਸੰਬੰਧਾਂ ਜਿਹਾ ਹੀ ਲਿਖਿਆ ਹੈ ਅਤੇ ਭੁਲੇਖਾ ਪਾਉਣ ਲਈ ਝੂਠ ਲਿਖ ਦਿੱਤਾ ਕਿ ਮਾਤਾ ਸਾਹਿਬ ਦੇਵਾਂ ਜੀ ਵਾਂਗ ਹੀ ਕ੍ਰਿਸ਼ਨ ਜੀ ਦੀਆਂ ਉਹਨਾਂ ਰਾਣੀਆਂ ਵਿੱਚੋਂ ਵੀ ਕੋਈ ਸੰਤਾਨ ਨਹੀਂ ਸੀ ਹੋਈ। ਨੋਟ: ਸ੍ਰੀਮਦ ਭਾਗਵਤ ਪੁਰਾਣ ਵਿੱਚ ਇਹਨਾਂ ਰਾਣੀਆਂ ਦੀ ਗਿਣਤੀ 16,108 ਹੈ ਅਤੇ ਸਾਰੀਆਂ ਰਾਣੀਆਂ ਵਿੱਚੋਂ 10-10 ਪੁੱਤਰ ਅਤੇ ਇੱਕ ਕੰਨਿਆ ਪੈਦਾ ਹੋਈ ਲਿਖੀ ਹੈ। ਨੰਬਰ 4, ਗੁਰਬਾਣੀ ਸ਼ਬਦਾਂ ਦੀ ਗਲਤ ਵਰਤੋਂ ਕਰਕੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਚੌਥੇ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਕ੍ਰਿਸ਼ਨ ਦੇ ਭਗਤ ਦਰਸਾਇਆ ਹੋਇਆ ਹੈ। ਨੰਬਰ 5, ਗੁਰਬਾਣੀ ਦੇ ਸ਼ਬਦਾਂ ਦੇ ਮਨਮਤੀ ਅਰਥ ਕਰਕੇ ਲਿਖਾਰੀ ਨੇ ਸਿੱਖਾਂ 'ਤੇ ਤਰਕ ਕਰਦਿਆਂ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਸਿੱਖ ਉਹੀ ਹੈ ਜੋ ਕ੍ਰਿਸ਼ਨ ਨੂੰ ਵਾਹਿਗੁਰੂ ਕਰਕੇ ਮੰਨਦਾ ਹੋਵੇ। ਨੰਬਰ 6, ਇਹ ਵੀ ਲਿਖਿਆ ਹੈ ਕਿ ਜਿਵੇਂ ਕਲਗੀਧਰ ਜੀ ਦੇ 5 ਪਿਆਰੇ ਸਨ, ਕ੍ਰਿਸ਼ਨ ਜੀ ਦੇ 5 ਪਾਂਡਵ ਸਨ। ਇਸ ਤਰ੍ਹਾਂ ਹੋਰ ਕਈ ਕੁਝ ਲਿਖ ਕੇ ਸਿੱਖਾਂ ਨੂੰ ਕ੍ਰਿਸ਼ਨ ਭਗਤ ਬਣਾਉਣ ਦਾ ਪੂਰਾ ਟਿੱਲ ਲਾਇਆ ਹੋਇਆ ਹੈ। ਨੰਬਰ 7, ਸੁਆਰਥੀ ਅਤੇ ਸ਼ਰਾਰਤੀ ਨੀਅਤ ਨਾਲ ਅਵਤਾਰ ਪ੍ਰਥਾ ਵਾਲੇ ਗੁਰਮਤਿ ਸਿਧਾਂਤ ਦਾ ਮੌਜੂ ਉਡਾਇਆ ਹੋਇਆ ਹੈ ਕਿ ਇਸ ਲਿਖਾਰੀ ਦਾ ਨਿਰੰਕਾਰੀਆਂ ਨਾਲੋਂ ਘੱਟ ਅਪਰਾਧ ਹੈ। ਕਿਸ ਮਜਬੂਰੀ ਅਥਵਾ ਗੁਪਤ ਭੇਦ ਕਾਰਨ ਅਜਿਹੇ ਲਿਖਾਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਭਾਗ ਐੜਾ। ਭਿੰਡਰਾਂ ਵਾਲੇ ਸੰਤ ਗੁਰਬਚਨ ਸਿੰਘ ਜੀ ਦੀ ਲਿਖੀ ਪੁਸਤਕ ਗੁਰਮਤਿ ਰਹਿਤ ਮਰਜ਼ਾਦਾ ਕਈ ਸਾਲਾਂ ਤੋਂ ਬਾਜ਼ਾਰ ਦੀਆਂ ਦੁਕਾਨਾਂ ਰਾਹੀਂ ਕਈ ਘਰਾਂ ਦੀ ਸ਼ੋਭਾ ਬਣ ਰਹੀ ਹੈ। ਇਹ ਪੁਸਤਕ ਲਗਭਗ ਸਾਰੀ ਦੀ ਸਾਰੀ ਗੁਰਮਤਿ ਅਥਵਾ ਗੁਰਬਾਣੀ ਸਿਧਾਂਤ ਨੂੰ ਬ੍ਰਾਹਮਣੀ ਰੰਗ ਦੇਣ ਵਾਲੀ ਹੈ। ਦਾਸ ਨੇ ਇਸ ਬਾਰੇ ਬੜਾ ਵਿਸਥਾਰ ਨਾਲ ਪੱਤਰ ਲਿਖ ਕੇ ਭਿੰਡਰਾਂ ਵਾਲੀ ਟਕਸਾਲ ਦੇ ਮੁਖੀਆਂ ਨੂੰ ਭੇਜਿਆ ਸੀ। ਆਪ ਜੀ ਦੀ ਜਾਣਕਾਰੀ ਲਈ ਉਸ ਦਾ ਉਤਾਰਾ ਨਾਲ ਨੱਥੀ ਹੈ ਕਿ ਕੋਈ ਸੇਧ ਪੱਤਰ ਜਾਰੀ ਕਰਨ ਦੀ ਕਿਰਪਾਲਤਾ ਕਰ ਸਕੋਗੇ ਜੀ। ਨੰਬਰ 6, ਸਿੱਖ ਪੰਥ ਵਿੱਚ ਕਿਸੇ ਧਾਰਮਿਕ ਅਥਵਾ ਸਿਆਸੀ ਮਤਭੇਦ ਦੇ ਪੈਦਾ ਹੋ ਜਾਣ ਵਾਲੀ ਹਾਲਤ ਵਿੱਚ ਬਿਨਾਂ ਕਿਸੇ ਢਿੱਲ ਦੇ ਉਸ ਨੂੰ ਪੰਥਕ ਪੱਧਰ 'ਤੇ ਵਿਚਾਰ ਕੇ ਝਟਪਟ ਇੱਕ ਪੱਕਾ ਅਤੇ ਸਰਬ ਪ੍ਰਵਾਨਿਤ ਨਿਰਣਾ ਲੈ ਕੇ ਏਕਤਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਆਪ ਜੀ 'ਤੇ ਹੈ। ਨਾਮਧਾਰੀਆਂ, ਰਾਧਾ ਸੁਆਮੀਆਂ, ਨਿਰੰਕਾਰੀਆਂ ਅਤੇ ਡੇਰਾਵਾਦ ਵੱਲੋਂ ਗੁਰਮਤਿ ਅਥਾ ਕੇਂਦਰੀ ਪੰਥਕ ਮਰਜ਼ਾਦਾ ਨੂੰ ਖੰਡਨ ਕਰਨ ਵਾਲੀਆਂ ਬੇਸ਼ੁਮਾਰ ਪੁਸਤਕਾਂ ਛਪਦੀਆਂ ਅਤੇ ਵਿਕਦੀਆਂ ਰਹੀਆਂ। ਜੋ ਮਰਜ਼ੀ ਹੈ ਗੁਰਮਤਿ ਲਿਖਿਆ ਜਾਵੇ, ਜੋ ਮਰਜ਼ੀ ਹੈ ਗੁਰੂ ਕੀਆਂ ਸਟੇਜਾਂ 'ਤੇ ਬੋਲਿਆ ਗਾਇਆ ਜਾਵੇ। ਗੁਰੂ ਦਰਬਾਰਾਂ ਵਿੱਚ ਗੁਰਦੇਵ ਜੀ ਦਾ ਅਦਬ ਸਤਿਕਾਰ ਭੁੱਲ ਕੇ ਲੜਾਈ ਝਗੜੇ ਕੀਤੇ ਜਾਣ, ਕਬਰਾਂ ਦੀ ਪੂਜਾ ਅਥਵਾ ਬਾਬੇ ਰੋਡੇ
ਭੂਮਾ ਮੰਡਾਲਾ ਨੂੰ ਖੁਸ਼ ਕਰਕੇ ਫਲ ਪ੍ਰਾਪਤ ਕਰਨ ਲਈ ਘਰ ਦੀਆਂ ਕੱਢੀਆਂ ਸ਼ਰਾਬਾਂ ਦੀ ਭੇਟਾ ਹੁੰਦੀ ਹੈ। ਸ਼ਰਾਬੀਆਂ ਦੇ ਇਸ ਕੜਮੱਸ ਖਾਨੇ ਵਾਲੀ ਥਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਆਂਦਾ ਅਤੇ ਅਖੰਡ ਪਾਠ ਕਰਕੇ ਗੁਰਦੇਵ ਜੀ ਦੇ ਸਰੂਪ ਨੂੰ ਹਾਸੋਹੀਣਾ ਬਣਾਉਣ ਦੀਆਂ ਖਬਰਾਂ, ਛਪਾਰ ਪਿੰਡ ਵਿੱਚ ਬਣੀ ਸੱਪ ਦੀ ਬਰਮੀ ਦੀ ਪੂਜਾ ਦੇ ਮੇਲੇ ਤੇ ਲੱਖਾਂ ਸਿੱਖਾਂ ਦਾ ਇਕੱਠ 1984 ਦੇ ਘੱਲੂਘਾਰੇ ਕਾਰਨ ਪੈਦਾ ਹੋਈ ਸਥਿਤੀ ਕਾਰਨ ਡੇਰਾਵਾਦ ਨੇ ਅਜਿਹਾ ਸਿਰ ਚੁੱਕਿਆ ਹੈ ਕਿ ਉਹਨਾਂ ਰੱਜ ਕੇ ਗੁਰੂ ਮਰਜ਼ਾਦਾ ਨੂੰ ਵਿਗਾੜਿਆ। ਅੰਮ੍ਰਿਤਪਾਨ ਕਰਾਉਣ ਦੀਆਂ ਕਈ ਵਿਧੀਆਂ ਚਾਲੂ ਹੋ ਗਈਆਂ। ਗੱਲ ਕਿ ਸਿੱਖੀ ਦੀ ਮਰਜ਼ਾਦਾ ਚੂੰ ਚੂੰ ਦਾ ਮੁਰੱਬਾ ਬਣਦੀ ਗਈ। ਨੰਬਰ 7 ਵੈਨਕੂਵਰ ਤੋਂ ਚੜ੍ਹਦੀ ਕਲਾ ਅਖਬਾਰ ਵਿੱਚ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਹੇਠ ਉਹਨਾਂ ਨਾਲ ਜੋੜੇ ਅਨਮੋਲ ਬਚਨ ਲਗਾਤਾਰ ਛਪ ਰਹੇ ਹਨ। ਪਤਾ ਨਹੀਂ ਅਜਿਹੇ ਬਚਨ ਜੋ ਗੁਰਮਤਿ ਸਿਧਾਂਤ ਅਤੇ ਖਾਲਸਾਈ ਪਰੰਪਰਾਵਾਂ ਦੇ ਪ੍ਰਤੀਕੂਲ ਹਨ, ਸੰਤਾਂ ਨੇ ਕਹੇ ਵੀ ਸਨ ਕਿ ਨਹੀਂ, ਜਾਂ ਸ਼ਾਇਦ ਕਿਸੇ ਸਿਆਸੀ ਤਕਰੀਰ ਵਿੱਚ ਸਮੇਂ ਦੀ ਲੋੜ ਨਾਲ ਢੁਕਵੇਂ ਸਮਝ ਕੇ ਉਚਾਰੇ ਹੀ ਹੋਣ। ਪਰ ਅਜਿਹੇ ਬਚਨਾਂ ਨੂੰ ਇੱਕ ਸਿੱਖ ਅਖਬਾਰ ਵਿੱਚ ਅਨਮੋਲ ਬਚਨ ਕਰਕੇ ਛਾਪੀ ਜਾਣਾ ਗੁਰਬਾਣੀ ਦੇ ਫਰਮਾਨ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਪੰਨਾ 920 ਦੀ ਉਲੰਘਣਾ ਅਨੁਭਵ ਹੋਈ। ਅਸਾਂ ਅਖਬਾਰ ਨੂੰ ਵਿਸਥਾਰ ਪੂਰਵਕ ਜਿਹੜੀ ਚਿੱਠੀ ਲਿਖੀ ਹੈ ਉਸ ਦਾ ਇੱਕ ਉਤਾਰਾ ਆਪ ਜੀ ਨੂੰ ਭੇਜ ਰਹੇ ਹਾਂ ਤਾਂ ਜੋ ਉਹਨਾਂ ਬਚਨਾਂ ਪ੍ਰਤੀ ਲਿਖੇ ਗੁਰਮਤਿ ਵਿਚਾਰਾਂ ਨੂੰ ਤੁਸੀਂ ਗੁਰਬਾਣੀ ਦੀ ਤਾਬਿਆ ਆਪਣੀ ਵਿਦਵਤਾ ਦੀ ਕਸਵੱਟੀ ਤੇ ਪਰਖ ਕੇ ਜੋਗ ਰਾਏ ਅਥਵਾ ਕਿਸੇ ਸੰਭਵਤਾ ਘਾਟ ਅਥਵਾ ਖੁਨਾਮੀ ਦਾ ਗਿਆਨ ਬਖਸ਼ ਸਕੋ ਅਤੇ ਪੁਸਤਕ ਅਥਵਾ ਅਖਬਾਰ ਵਿੱਚ ਛਪਣ ਤੋਂ ਪਹਿਲਾਂ ਸੁਧਾਈ ਕਰ ਲਈ ਜਾਵੇ। ਪੁਸਤਕ ਦਾ ਖਰੜਾ ਤਿਆਰ ਹੈ। ਛਪਾਈ ਵਾਸਤੇ ਭੇਜਣ ਲਈ ਜੁਲਾਈ 1993 ਦੇ ਅੰਤ ਤੱਕ ਉਡੀਕ ਕੀਤੀ ਜਾ ਸਕੇਗੀ। ਇਸ ਚਿੱਠੀ ਵਿਚਲੀ ਜਾਂ ਪੈਰਾ ਨੰਬਰ 11 ਨਾਲ ਸੰਬੰਧਿਤ ਅਖਬਾਰ ਨੂੰ ਲਿਖੀ ਚਿੱਠੀ ਵਿਚਲੀ ਜਿਹੜੀ ਗੱਲ ਪੁਸਤਕ ਅਥਵਾ ਅਖਬਾਰ ਵਿੱਚ ਛਾਪੀ ਜਾਣੀ ਆਪ ਜੀ ਠੀਕ ਨਾ ਸਮਝੋ ਤਾਂ ਆਪ ਜੀ ਦਾ ਗੁਰਬਾਣੀ ਦੀ ਤਾਬਿਆ ਰਹਿ ਕੇ ਕਿਹਾ ਹਰ ਹੁਕਮ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਸਮਝ ਕੇ ਪਾਲਣਾ ਕੀਤੀ ਜਾਵੇਗੀ। ਉੱਤਰ ਦੇ ਨਾ ਆਉਣ ਨੂੰ ਚਿੱਠੀ ਦੇ ਹਰ ਅੱਖਰ ਨਾਲ ਆਪ ਜੀ ਦੀ ਸਹਿਮਤੀ ਸਮਝ ਕੇ ਸਭ ਕੁਝ ਪੰਥ ਦੇ ਗਿਆਨ ਗੋਚਰਾ ਕਰ ਦਿੱਤਾ ਜਾਣ ਵਿੱਚ ਹਰਜ ਨਹੀਂ ਮੰਨਿਆ ਜਾਵੇਗਾ। ਬਹੁਮੁੱਲੀ ਸੇਧ ਦੇਣ ਵਾਲੇ ਉੱਤਰ ਦੇ ਉਡੀਕਵਾਨ ਦਾਦੂ ਦੀ ਕਬਰ ਤੇ ਤੀਰ ਝੁਕਾਉਣ ਦਾ ਸਾਕਾ ਵਰਤਾ ਅਜਿਹੀਆਂ ਪੁੱਛਾਂ ਕਰ ਸਕਣ ਦੇ ਅਧਿਕਾਰੀ ਬਣਾਉਣ ਵਾਲੇ ਗੁਰੂ ਅਤੇ ਪੰਥ ਦੇ ਸੇਵਕ ਗੁਰਬਖਸ਼ ਸਿੰਘ ਅਤੇ ਸਾਥੀ ਮਿਤੀ 10 ਜਨਵਰੀ 1993। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪੰਜਵੇਂ ਕਾਂਡ ਦਾ 12ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।